ਆਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਪਾਕ ਪਵਿੱਤਰ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰ ਸੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ। ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਦੇ ਪਾਵਨ ਸਥਾਨ 'ਤੇ ਹਾਜ਼ਰੀ ਭਰਨ ਦਾ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਮਹਾਨ ਇਤਿਹਾਸਕ ਦਿਨ ਹੈ। ਮੇਰੀ ਪੀਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਮੀਰੀ ਪੀਰੀ ਪੁਰਬ ਹੈ, ਆਪ ਜੀ ਸਮੂਹ ਸਿੱਖ ਸੰਗਤਾਂ ਨੂੰ ਮੇਰੀ ਪੀਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੇਰੀ ਪੀਰੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਅੱਜ ਦੇ ਸ਼ੁਭ ਦਿਹਾੜੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸਾਹਿਬਾਂ ਦੇ ਸਿਰਜੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਸਾਹਿਬਾਂ ਨੇ ਸੱਜ ਕਰਕੇ ਦੋ ਸ੍ਰੀ ਸਾਹਿਬਾਂ ਧਾਰਨ ਕੀਤੀਆਂ। ਸ੍ਰੀ ਸਾਹਿਬਾਂ ਨੂੰ ਧਾਰਨ ਕਰਵਾਉਣ ਵਾਲੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਨੰਨ ਗੁਰਸਿੱਖ ਧੰਨ 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 ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼, ਉਹਨਾਂ ਨੇ ਸਾਹਿਬਾਂ ਦੇ ਹੁਕਮ ਅਨੁਸਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੋ ਸ੍ਰੀ ਸਾਹਿਬਾਂ ਪਹਿਨਾਈਆਂ ਹਨ। ਸੁਰ ਸਿੰਘ ਨਗਰ ਦੇ ਰਹਿਣ ਵਾਲੇ ਢਾਡੀ ਭਾਈ ਨੱਥਾ ਭਾਈ ਅਬਦੁੱਲਾ ਜੀ ਸ਼੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਤੇ ਆਏ ਕਹੇ। ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸੱਜੇ ਨੇ ਅਕਾਲ ਪੁਰਖ ਜੀ ਨੂੰ ਧਿਆ ਕੇ ਅਕਾਲ ਦੇ ਤਖਤ ਤੇ ਬਿਰਾਜਮਾਨ ਹੋਏ ਹਨ। ਮੀਰ ਅਬਦੁੱਲਾ ਆਓ ਨੱਥਾ ਜਸ ਕਹਿ ਸੁਨਾਏ ਕਹੇ। ਅਸੀਂ ਗੁਰੂ ਸਾਹਿਬ ਦਾ ਜਸ ਕਹਿੰਦੇ ਵਡਿਆਈ ਕਰਦੇ ਹਾਂ। ਉਹ ਵਡਿਆਈ ਹੈ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਜੀ। ਪੱਗ ਤੇਰੀ ਕੀ ਜਹਾਂਗੀਰ ਦੀ। ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਸਿਫਤ ਗੁਰੂ ਘਰ ਦੇ ਢਾਡੀਆਂ ਨੇ ਸਵਾਰ ਦੇ ਰਾਹੀਂ ਗਾਇਨ ਕਰਕੇ ਸਿੱਖ ਸੰਗਤਾਂ ਨੂੰ ਸੁਣਾਈ ਔਰ ਸਾਹਿਬਾਂ ਨੂੰ ਮੁਖਾਤਬ ਹੋ ਕੇ ਬਚਨ ਕਹੇ। ਪੱਗ ਤੇਰੀ ਤੇਰੀ ਪੱਗ ਇੰਨੀ ਉੱਚੀ ਇੰਨੀ ਸੁੱਚੀ ਇੰਨੀ ਮਹਾਨ ਹੈ ਕਿ ਜਹਾਂਗੀਰ ਦੀ ਪੱਗ ਤੇਰੀ ਪੱਗ ਦੀ ਬਰਾਬਰੀ ਕੀ ਕਰ ਸਕਦੀ ਹੈ। ਜਹਾਂਗੀਰ ਦੀ ਪੱਗ ਤੇਰੀ ਦਸਤਾਰ ਦੇ ਨੇੜੇ ਤੇੜੇ ਵੀ ਨਹੀਂ ਹੈ। ਐਸੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੀਰੀ ਦਾ ਸੰਸਾਰ 'ਚ ਬੜਾ ਬੋਲ ਬਾਲਾ ਸੀ। ਬੜੇ ਪੁਰਾਣੇ ਸਮੇਂ ਤੋਂ ਮਹਿਮੂਦ ਗਜ਼ਵਨੀ ਨੇ ਗਜਨੀ ਤੋਂ ਚੜ੍ਹਾਈ ਕੀਤੀ ਸੀ। ਹਿੰਦੁਸਤਾਨ ਦੀ ਤਾਬਰੂ ਨੂੰ ਲੁੱਟਿਆ ਕੁੱਟਿਆ ਔਰ ਇੱਥੋਂ ਦਾ ਬੜਾ ਕੀਮਤੀ ਖਜ਼ਾਨਾ ਲੁੱਟ ਕਰਕੇ ਲਿਜਾਂਦਾ ਰਿਹਾ। ਇੱਕ ਵਾਰੀ ਨਹੀਂ ਅਨੇਕਾਂ ਵਾਰੀ ਉਸਨੇ ਹਿੰਦੁਸਤਾਨ 'ਤੇ ਹਮਲੇ ਕੀਤੇ।
ਲੋਧੀਆਂ ਦਾ ਰਾਜ ਭਾਰਤ 'ਚ ਚੱਲ ਰਿਹਾ ਸੀ। ਮਨਮਾਨੀਆਂ ਕਰ ਰਹੇ ਸਨ। ਖੁਰਾਸਾਨ ਦੀ ਧਰਤੀ ਤੋਂ ਇੱਕ ਨੌਜਵਾਨ 22 ਸਾਲ ਦੀ ਉਮਰ ਦਾ ਮੁੰਡਾ ਉੱਠਿਆ। ਉਹਦਾ ਨਾਮ ਸੀ ਬਾਬਰ। 10,000 ਫੌਜ ਲੈ ਕੇ ਉਸਨੇ ਹਿੰਦੁਸਤਾਨ 'ਤੇ ਚੜ੍ਹਾਈ ਕੀਤੀ ਅਤੇ ਹਿੰਦੁਸਤਾਨ ਦੇ ਵਿੱਚ ਉਹਨੇ ਆ ਕਰਕੇ ਪਾਣੀਪਤ ਦੇ ਮੈਦਾਨ 'ਚ ਅਜਿਹਾ ਜੰਗ ਛੇੜਿਆ ਕਿ ਮਰਹੱਟਿਆਂ ਦਾ ਵੀ ਲੱਕ ਟੁੱਟ ਗਿਆ, ਲੋਧੀ ਵੀ ਹਾਰੇ ਗਏ। ਬਾਦਸ਼ਾਹ ਦਿੱਲੀ ਵਾਲਾ ਮਾਰਿਆ ਜਾਂਦਾ ਹੈ, ਦਿੱਲੀ ਦੇ ਤਖਤ 'ਤੇ ਕਾਬਜ਼ ਹੋ ਜਾਂਦਾ ਹੈ। ਮੁਗਲਾਂ ਦਾ ਰਾਜ ਹਿੰਦੁਸਤਾਨ 'ਚ ਸ਼ੁਰੂ ਹੁੰਦਾ ਹੈ। ਔਰ ਫਿਰ ਜੋ ਉਹਨਾਂ ਨੇ ਅਤਿਆਚਾਰ ਜ਼ੁਲਮ ਕੀਤੇ ਬਾਕੀ ਧਰਮਾਂ ਦੇ ਲੋਕਾਂ ਦੇ ਉੱਪਰ, ਇਤਿਹਾਸ ਉਹਨਾਂ ਦੀ ਗਵਾਹੀ ਦਿੰਦਾ ਹੈ। ਅਤੇ ਸਾਡਾ ਤਾਂ ਇਤਿਹਾਸ ਹੀ ਇਹਨਾਂ ਦੇ ਨਾਲ ਭਰਿਆ ਪਿਆ ਹੈ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉੱਪਰ ਸਮੇਂ ਦੇ ਬਾਦਸ਼ਾਹ ਉਹਦੇ ਕਰਿੰਦਿਆਂ ਨੇ ਜਿਹੜਾ ਜ਼ੁਲਮ ਢਾਇਆ, ਅਤਿਆਚਾਰ ਕੀਤਾ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਇਸੇ ਸ਼ੈ ਦਾ ਨਤੀਜਾ ਸੀ ਜੋ ਭਾਰਤ ਦੇ ਅੰਦਰ ਜ਼ਬਰ, ਜ਼ੁਲਮ, ਅਤਿਆਚਾਰ ਦੀ ਹਨੇਰੀ ਝੁੱਲ ਰਹੀ ਸੀ ਕਿ ਕੋਈ ਇਸਲਾਮ ਤੋਂ ਬਿਨਾਂ ਕੋਈ ਗੱਲ ਕਰਕੇ ਵਿਖਾਏ ਸਹੀ। ਝੂਠਾ ਇਲਜ਼ਾਮ ਲਾ ਕਰਕੇ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਸੀ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਵੀ ਅਜਿਹੇ ਬੇਬੁਨਿਆਦ ਝੂਠੇ ਇਲਜ਼ਾਮ ਲਾ ਕਰਕੇ ਸਾਹਿਬਾਂ ਨੂੰ ਗ੍ਰਿਫਤਾਰ ਕਰਕੇ ਅਕਹੇ ਅਸਹਿ ਕਸ਼ਟ ਦੇ ਕਰਕੇ ਸ਼ਹੀਦ ਕੀਤਾ। ਆਪਣੀ ਸ਼ਹੀਦੀ ਤੋਂ ਪਹਿਲਾਂ ਹੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਹਿ ਗਏ ਸਨ ਕਿ ਹੁਣ ਸ਼ਸਤਰਧਾਰੀ ਹੋਣ ਦਾ ਸਮਾਂ ਹੈ। ਗੁਰੂ ਘਰ ਵਿੱਚ ਜਿੱਥੇ ਗੁਰਬਾਣੀ ਦਾ ਯੁੱਗ ਸ਼ੁਰੂ ਸੀ, ਗੁਰਬਾਣੀ ਦਾ ਯੁੱਗ ਵਰਤ ਰਿਹਾ ਸੀ, ਉੱਥੇ ਕੁਰਬਾਨੀ ਦੇ ਯੁੱਗ ਦਾ ਵੀ ਪ੍ਰਾਰੰਭ ਹੋ ਗਿਆ। ਔਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਉਸ ਕੁਰਬਾਨੀ ਨੇ ਅਜਿਹਾ ਰੰਗ ਲਿਆਂਦਾ ਕਿ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਸਿੱਖ ਸ਼ਸਤਰਧਾਰੀ ਹੋਣ ਲੱਗੇ। ਜਥੇਬੰਦੀ ਸਾਹਿਬਾਂ ਨੇ ਕਾਇਮ ਕੀਤੀ, ਫੌਜਾਂ ਰੱਖੀਆਂ ਹਨ। ਆਪ ਅੱਜ ਦੇ ਸ਼ੁਭ ਦਿਹਾੜੇ ਮੇਰੀ ਨਾਮ ਹੁੰਦਾ ਹੈ ਰਾਜਨੀਤਿਕ ਰਾਜਸੀ ਸੱਤਿਆ ਦਾ, ਤਾਕਤ ਦਾ। ਪੀਰੀ ਨਾਮ ਹੁੰਦਾ ਹੈ ਆਤਮਿਕ ਸੱਤਿਆ ਦਾ, ਆਤਮਿਕ ਸ਼ਕਤੀ ਦਾ, ਰੂਹਾਨੀਅਤ ਦੀ ਸੱਤਿਆ ਦਾ। ਭਾਵੇਂ ਕਿ ਨਾਦਰ ਸ਼ਾਹ ਵਰਗੇ, ਬਾਬਰ ਵਰਗੇ, ਸ਼ੇਰ ਸ਼ਾਹ ਸੂਰੀ ਵਰਗੇ, ਹਮਾਯੂੰ ਵਰਗੇ ਬੜੇ ਬਾਦਸ਼ਾਹ ਹੋਏ ਜਿਨ੍ਹਾਂ ਕੋਲ ਇਹ ਮੀਰੀ ਦੀ ਤਾਕਤ ਸੀ, ਪਰ ਪੀਰੀ ਤੋਂ ਸਖਣੇ ਹੋਣ ਕਰਕੇ ਇਸ ਮੀਰੀ ਨੇ ਆਮ ਲੋਕਾਂ 'ਤੇ, ਪਬਲਿਕ 'ਤੇ ਜ਼ੁਲਮ ਢਾਏ, ਅਤਿਆਚਾਰ ਕੀਤੇ। ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਹਨਾਂ ਅਤਿਆਚਾਰਾਂ ਨੂੰ ਠੱਲ ਪਾਉਣ ਵਾਸਤੇ ਹੀ ਅੱਜ ਦੇ ਦਿਨ ਜਿੱਥੇ ਮੀਰੀ ਦੀ ਸ੍ਰੀ ਸਾਹਿਬ ਧਾਰਨ ਕੀਤੀ, ਉੱਥੇ ਨਾਲ ਪੀਰੀ ਦੀ ਵੀ ਸਾਹਿਬਾਂ ਨੇ ਸ੍ਰੀ ਸਾਹਿਬ ਧਾਰਨ ਕੀਤੀ ਹੈ ਕਿ ਮੀਰੀ ਦੇ ਉੱਪਰ ਪੀਰੀ ਭਾਰੂ ਹੋਵੇ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਦੋ ਨਿਸ਼ਾਨ ਸਾਹਿਬ ਨੇ, ਇੱਕ ਮੀਰੀ ਦਾ, ਇੱਕ ਪੀਰੀ ਦਾ। ਪੀਰੀ ਮੀਰੀ ਦੇ ਨਾਲੋਂ ਬੜੀ ਉੱਚੀ ਹੈ, ਮਹਾਨ ਹੈ। ਪੀਰੀ ਦੀ ਰੌਸ਼ਨੀ ਦੇ ਵਿੱਚ ਹੀ ਮੀਰੀ ਨੇ ਵਿਚਰਨਾ ਹੈ। ਜੇਕਰ ਮੀਰੀ ਬੇਲਗਾਮ ਹੋ ਜਾਏ ਤੇ ਮੀਰੀ ਫਿਰ ਜ਼ੁਲਮ ਕਰਦੀ, ਅਤਿਆਚਾਰ ਕਰਦੀ ਹੈ। ਪੀਰੀ ਦੇ ਅਧੀਨੀ ਰਹਿ ਕਰਕੇ ਮੀਰੀ ਵੀ ਸਮਾਜ ਦੀ ਲੋਕਾਈ ਦੀ ਭਲਾਈ ਕਰਦੀ ਹੈ। ਮੀਰੀ ਦਾ ਵੀ ਸਦ ਉਪਯੋਗ ਹੁੰਦਾ ਹੈ। ਸੋ ਸਾਹਿਬ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੱਜ ਕਰਕੇ ਮੀਰੀ ਔਰ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਧਾਰਨ ਕੀਤੀਆਂ। ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਿੱਥੇ ਗੁਰੂ ਕੀ ਬਾਣੀ ਦਾ ਪਾਠ ਸਿੱਖਾਂ ਨੇ ਕਰਨਾ ਹੈ, ਉੱਥੇ ਨਾਲ ਨਾਲ ਸ਼ਸਤਰਧਾਰੀ ਹੋਣਾ ਹੈ, ਸ਼ਸਤਰਾਂ ਦਾ ਅਭਿਆਸ ਕਰਨਾ ਹੈ। ਕੋਈ ਸਮਾਂ ਸੀ ਜਦੋਂ ਗੰਗਾ ਦੇ ਘਾਟ 'ਤੇ ਰਾਜੇ ਅਸ਼ੋਕ ਨੇ ਬੁੱਧ ਧਰਮ ਧਾਰਨ ਕਰਕੇ ਜਿੰਨੇ ਸ਼ਸਤਰ ਸਨ ਸਾਰੇ ਗੰਗਾ ਦੀ ਭੇਟਾ ਕਰ ਦਿੱਤੇ, ਗੰਗਾ ਵਿੱਚ ਵਹਾ ਦਿੱਤੇ ਸਨ। ਕਹਿੰਦੇ ਸ਼ਸਤਰਾਂ ਦੀ ਲੋੜ ਹੀ ਨਹੀਂ, ਤੇ ਹਿੰਦੁਸਤਾਨ ਸਦੀਆਂ ਵਾਸਤੇ ਗੁਲਾਮ ਹੋ ਗਿਆ।
ਪਰ ਉਸ ਇੱਕ ਸਮਾਂ ਆਇਆ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਾਹਿਬਾਨ ਦੇ ਦਾਦਾ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਸਤਰ ਉਠਾਏ, ਉਸੇ ਹੀ ਪਟਨਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਸਤਰ ਵਿਦਿਆ ਦਾ ਅਭਿਆਸ ਬਾਲਕ ਅਵਸਥਾ ਵਿੱਚ ਬਚਪਨ ਵਿੱਚ ਆਪ ਕੀਤਾ ਔਰ ਛੋਟੇ ਛੋਟੇ ਬਾਲਕਾਂ ਨੂੰ ਕਰਵਾਇਆ ਹੈ। ਜਿਹੜੀ ਗੰਗਾ ਕਹਿ ਰਹੀ ਸੀ ਕਿ ਮੈਂ ਵਿਧਵਾ ਹੋ ਗਈ ਜਦੋਂ ਹਿੰਦੁਸਤਾਨ ਦੇ ਰਾਜੇ ਮਹਾਰਾਜਿਆਂ ਨੇ ਸ਼ਸਤਰ ਛੱਡ ਦਿੱਤੇ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਧਰਤੀ ਤੇ ਜਾ ਕਰਕੇ ਫਿਰ ਸ਼ਸਤਰ ਉਠਾਏ, ਸ਼ਸਤਰਾਂ ਦਾ ਅਭਿਆਸ ਕੀਤਾ ਤੇ ਵਚਨ ਕਹੇ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰਿਆਰ ਤੀਰ ਸਹਿਬ ਸਰੋਹੀ ਸਹਿਥੇ ਯਹ ਹਮਾਰੇ ਪੀਰ। ਸ਼ਸਤਰ ਪੀਰ ਹਨ, ਸ਼ਸਤਰਾਂ ਵਿੱਚ ਸੱਤਿਆ ਹੈ। ਇੱਕ ਮੌਲਵੀ ਦੇ ਕਹਿਣ ਤੇ ਕਿ ਤੁਹਾਡੇ ਵਿੱਚ ਕੋਈ ਮੁਜਮਾ ਹੈ, ਕੋਈ ਕਰਾਮਾਤ ਹੈ, ਤਾਂ ਕਲਗੀਧਰ ਪਾਤਸ਼ਾਹ ਨੇ ਸ੍ਰੀ ਸਾਹਿਬ ਖਿੱਚ ਕੇ ਵਿਖਾਈ ਸੀ ਕਿ ਸ੍ਰੀ ਸਾਹਿਬ ਹੀ ਕਰਾਮਾਤ, ਸ੍ਰੀ ਸਾਹਿਬ ਹੀ ਸੱਤਿਆ ਹੈ। ਆ ਅੱਗੇ ਤੈਨੂੰ ਇਹਦੀ ਕਰਾਮਾਤ ਵਿਖਾਈਏ। ਸੋ ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜ਼ਬਰ ਜ਼ੁਲਮ ਦਾ ਅੰਤ ਕਰਨ ਵਾਸਤੇ, ਨੇਕੀ ਨੂੰ, ਧਰਮ ਨੂੰ ਸੰਸਾਰ 'ਚ ਪ੍ਰਕਾਸ਼ਮਾਨ ਕਰਨ ਵਾਸਤੇ, ਫੈਲਾਉਣ ਵਾਸਤੇ, ਧਰਮ ਦਾ ਆਗਾਜ਼ ਕਰਨ ਵਾਸਤੇ, ਜ਼ਾਲਮਾਂ ਨੂੰ ਸਬਕ ਸਿਖਾਉਣ ਵਾਸਤੇ ਸ਼ਸਤਰ ਉਠਾਏ ਹਨ, ਸ਼ਸਤਰ ਧਾਰਨ ਕੀਤੇ ਹਨ। ਔਰ ਇਸ ਸਥਾਨ 'ਤੇ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹਮੇਸ਼ਾ ਵਾਸਤੇ ਇਹ ਪੱਕਾ ਹੁਕਮ ਕਰ ਦਿੱਤਾ ਹੈ ਕਿ ਗੁਰੂ ਕੇ ਸਿੱਖ ਨੇ ਸ਼ਸਤਰ ਦਾ ਵਸਾ ਨਹੀਂ ਖਾਣਾ, ਹਮੇਸ਼ਾ ਹੀ ਸ਼ਸਤਰਾਂ ਨੂੰ ਧਾਰਨ ਕਰਕੇ ਰੱਖਣਾ ਹੈ। ਐਸੇ ਦੀਨ ਦਿਆਲ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਹਯਾਤੀ ਦੇ ਅੰਦਰ 4 ਵੱਡੇ ਯੁੱਧ ਸਮੇਂ ਦੀ ਸਰਕਾਰ ਨਾਲ ਲੜੇ, 4 ਵਿੱਚ ਵੱਡੀ ਜਿੱਤ ਫਤਿਹ ਹਾਸਲ ਕੀਤੀ। ਆਪ ਜੀ ਨੇ ਪਿੱਛੇ ਸਾਹਿਬਾਂ ਦਾ ਜੀਵਨ ਬਿਰਤਾਂਤ ਸੁਣਿਆ ਹੈ। ਸੋ ਜਿਵੇਂ ਲੜੀਵਾਰ ਵਿਚਾਰ ਭਾਈ ਸਾਹਿਬ ਜੀ ਅੱਗੇ ਸੁਣਾ ਰਹੇ ਨੇ, ਗਰੀਬ ਨਵਾਜ਼ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਮਹਿਰ ਸਾਡੀਆਂ ਮਾਤਾਵਾਂ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ ਕਿ ਜੋ ਸਿੱਖ ਸੰਗਤਾਂ ਕਹਿ ਰਹੀਆਂ ਨੇ ਕਿ ਆਪਣੇ ਪੋਤਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਸਨੇਹ ਪਿਆਰ ਕਰਦੇ ਨੇ, ਉਹ ਪ੍ਰਤੀਤ ਹੁੰਦਾ ਕਿ ਗੁਰਤਾ ਗੱਦੀ ਹੁਣ ਆਪਣੇ ਪੋਤਰੇ ਨੂੰ ਬਖਸ਼ਣਗੇ। ਸਮਾਂ ਵੇਖ ਕੇ ਮਾਤਾ ਮਰਵਾਹੀ ਜੀ ਨੇ ਸਾਹਿਬਾਂ ਨੂੰ ਬੇਨਤੀ ਕੀਤੀ ਹੈ, ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸਾਡੀਆਂ ਮਾਤਾਵਾਂ ਨੂੰ ਧੀਰਜ ਹੌਸਲਾ ਦਿੱਤਾ ਹੈ ਕਿ ਇਹ ਮਹਾਨ ਗੁਰਤਾ ਗੱਦੀ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਆਸਨ, ਉਹਨਾਂ ਦੀ ਗੱਦੀ ਹੈ। ਸੋ ਬੈਠੋਗੇ ਭਾਗ ਬਿਲੰਦ ਉਚਿਤ ਜੋ ਸ੍ਰੀ ਨਾਨਕ ਮਸਨੰਦ। ਜਿਹਦੇ ਵੱਡੇ ਭਾਗ ਹੋਣਗੇ ਉਹ ਇਸ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠੇਗਾ, ਉਹੀ ਇਸ ਦਾ ਵਾਰਸ ਬਣੇਗਾ। ਹਾਂ, ਕਿਸੇ ਤਰੀਕੇ ਨਾਲ ਯਤਨ ਕੀਤਿਆਂ, ਉਪਾਅ ਕੀਤਿਆਂ, ਢੰਗ ਤਰੀਕੇ ਵਰਤਿਆਂ ਇਹ ਮਹਾਨ ਸਿੰਘਾਸਨ, ਇਹ ਦਾਤ ਹੱਥ ਵਿੱਚ ਆਉਣ ਵਾਲੀ ਨਹੀਂ ਹੈ। ਇਹ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਕਿਸੇ ਦੇ ਹੱਥ ਵਿੱਚ ਕੁਛ ਨਹੀਂ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋਂ ਜੋ ਆਗਿਆ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਹੀ ਹੋ ਕੇ ਰਹਿੰਦਾ ਹੈ। ਸੋ ਸਾਹਿਬਾਂ ਨੇ ਸਾਡੀਆਂ ਮਾਤਾਵਾਂ ਨੂੰ ਧੀਰਜ ਤੇ ਹੌਸਲਾ ਦਿੱਤਾ ਹੈ। ਸੋ ਜਿਵੇਂ ਅੱਗੇ ਭਾਈ ਸਾਹਿਬ ਜੀ ਅਗਲਾ ਇਤਿਹਾਸ ਸੁਣਾ ਰਹੇ ਨੇ, ਸ਼ਰਧਾ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ श्री सतगुर जोधावली बस भगतन के मीत। श्री सतगुरु धन सतगुरु श्री गुरु हरगोबिंद पातशाह जी योधा बड़ी बड़ी योधे सूरबीर हन, पर नाल नाल उन्हां जिहड़ा वड्डा दैवी गुण है कि अपने प्यारे भगतां दे बस भगतन के नीत हमेशा ही अपने प्यारे भगतां दे वस विच रहिंदे हन, प्यारे भगतां दे अधीन रहिंदे हन। एक दिन बैठे सभा में दर्शै सिख मुद चीत। एक दिन कीरतपुर साहिब दी पावन धरती ते
ਮੀਰੀ ਪੀਰੀ ਦੇ ਸਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਵਾਨ ਵਿੱਚ ਸਜ ਰਹੇ ਸਨ। ਸਿੱਖ ਸੰਗਤਾਂ ਬੜੇ ਖੁਸ਼ ਪ੍ਰਸੰਨ ਚਿੱਤ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਸਨ। ਚੌਪਈ ਕਿਨਹੂ ਖਬਰ ਆਏ ਤਬ ਦੀਨ, ਗੋਇੰਦਵਾਲ ਬਾਸ ਜਿਨ ਕੀਨ। ਕਿਸੇ ਗੁਰਸਿੱਖ ਨੇ ਆ ਕੇ ਖਬਰ ਸੁਣਾਈ, ਸੁਧ ਦਿੱਤੀ ਕਿ ਜਿਨ੍ਹਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਾਸਾ ਕੀਤਾ ਹੈ। ਭੱਲਿਅਨ ਕੀ ਕੁਲ ਭਗਤ ਵਿਸਾਲਾ, ਸਿੱਖੀ ਕੋ ਪ੍ਰਕਾਸ਼ ਸਭ ਕਾਲਾ। ਉਹ ਗੁਰਮੁਖ ਪਿਆਰੇ ਭੱਲੇ ਕੁਲ ਦੇ ਗੁਰਮੁਖ, ਭੱਲਿਆਂ ਕੀ ਕੁਲ ਗੁਰੂ ਅਮਰਦਾਸ ਸਾਹਿਬ ਜੀ ਭੱਲੇ ਹਨ। ਉਹਨਾਂ ਦੀ ਕੁਲ ਵਿੱਚ ਭਗਤ ਵਿਸਾਲਾ ਜੋ ਮਹਾਨ ਭਗਤੀ, ਜੋ ਸਿੱਖੀ ਨੂੰ ਪ੍ਰਕਾਸ਼ ਸਭ ਕਾਲਾ, ਸਾਰੇ ਸਮੇਂ ਸਿੱਖੀ ਮੰਡਲ ਸਿੱਖ ਜਗਤ ਨੂੰ ਪ੍ਰਕਾਸ਼ ਕਰਨ ਵਾਲੀ ਹੈ। ਸ਼੍ਰੀ ਗੁਰ ਅਮਰਦਾਸ ਕੀ ਅੰਸ਼, ਸੁਤ ਪੌਤਰੇ ਨਾਤੀ ਬੜ ਬੰਸ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਸ਼ ਬੰਸ, ਉਹਨਾਂ ਦੇ ਸੁੱਤ ਪੁੱਤਰ ਅਤੇ ਪੋਤਰੇ ਤੇ ਨਾਤੀ ਹੁੰਦੇ ਦੋਤਰੇ, ਵੱਡਾ ਵੰਸ਼ ਹੈ। ਉਹ ਸਾਰੇ ਗੁਰਮੁਖ ਪਿਆਰੇ ਜਿਹੜੇ ਬੜੇ ਵੱਡੇ ਵੰਸ਼ ਵਾਲੇ ਸਾਹਿਬਾਂ ਦੀ ਅੰਸ਼ ਬੰਸ ਦੇ ਹਨ। ਮੋਹਨ ਅਪਰ ਮੋਹਰੀ ਜੇਈ, ਭਾ ਪਰਲੋਕ ਦੇਹ ਤਜ ਸੇਈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਉਹ ਸਰੀਰ ਛੱਡ ਕੇ ਪਰਲੋਕ ਗਮਨ ਕਰ ਗਏ ਹਨ। ਭਾ ਪਰਲੋਕ ਦੇਹ ਤਜ ਸੇਈ, ਉਹ ਆਪਣੀਆਂ ਦੇਹਾਂ ਕਾਇਆ ਛੱਡ ਕਰਕੇ ਪਰਲੋਕ ਗਮਨ ਹੋ ਗਏ ਹਨ। ਸਰੀਰ ਛੱਡ ਕੇ ਸੰਸਾਰ ਤੋਂ ਚਾਲਾ ਪਾ ਗਏ ਹਨ। ਸੰਤ ਮਨੋਹਰ ਦਾਸ ਵਿਸਾਲਾ, ਸੋਢੀ ਪਹੁੰਚਤ ਪਾਹਰ ਸ਼ਾਲਾ। ਤੇ ਬਾਬਾ ਜਿਹੜਾ ਸੰਤ ਮਨੋਹਰ ਦਾਸ ਸੀ, ਉਹ ਵੀ ਹਰ ਸ਼ਾਲਾ, ਹਰੀ ਦੀ ਸ਼ਾਲਾ ਹੈ ਸੱਚਖੰਡ, ਉਹ ਵੀ ਸਰੀਰ ਛੱਡ ਕੇ ਸੱਚਖੰਡ ਜਾ ਪਹੁੰਚੇ ਹਨ। ਸੁਨ ਕੇ ਸ਼੍ਰੀ ਗੁਰ ਹਰਿ ਗੋਬਿੰਦ, ਹਰਪੁਰ ਜਾਏ ਬਸੇ ਇਹ ਬ੍ਰਿੰਦ। ਇਹ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕੇ ਸਾਡੇ ਪਿਆਰ ਵਾਲੇ ਜਿੰਨੇ ਵੀ ਹਨ, ਇਹ ਸਾਰੇ ਸੱਚਖੰਡ ਜਾ ਵਸੇ ਹਨ। ਅਪਰ ਨਰਨ ਸਮ ਸ਼ੋਕ ਕਰਿਓ ਹੈ, ਰੁਚਿਰ ਬਿਲੋਚਨ ਨੀਰ ਭਰਿਓ ਹੈ। ਇਹਨਾਂ ਪਿਆਰ ਵਾਲੀਆਂ ਰੂਹਾਂ ਨੂੰ ਯਾਦ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨੇਤਰ ਸੱਜਰ ਹੋਏ, ਅੰਦਰੋਂ ਪਿਆਰ ਦਾ ਉਛਾਲਾ ਵੱਜਾ। ਪਹੁੰਚਤ ਹੈ ਰੁਮਾਲ ਕੇ ਸਾਥ, ਵਹਿਰ द्वार ਤੇ ਲਿਖਸੇ ਨਾਥ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਨੇਤਰ ਰੁਮਾਲ ਦੇ ਨਾਲ ਸਾਫ਼ ਕੀਤੇ ਹਨ ਤੇ ਜਿੱਥੇ ਦੀਵਾਨ ਸਜਾਇਆ ਸੀ ਸਾਹਿਬ ਮਹਾਰਾਜ ਜੀ ਵਹਿਰ द्वार ਤੇ ਨਿਗਸੇ ਨਾਥ। ਸਾਹਿਬ ਜੀ ਮਹਾਰਾਜ ਜੀ ਦਰਵਾਜ਼ੇ ਤੋਂ ਬਾਹਰ ਨਿਕਲੇ ਹਨ। ਬੈਠੇ ਅਪਰ ਨਰਨ ਸਮ ਸੋਏ, ਸੁਨ ਸੁਨ ਆਏ ਗਏ ਸਭ ਕੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਸਜੇ ਨੇ ਜਿਵੇਂ ਆਮ ਸੰਸਾਰੀ ਮਨੁੱਖ ਬੈਠਦਾ ਹੈ, ਜਿਵੇਂ ਉਹਦਾ ਸੁਭਾਅ ਹੁੰਦਾ ਹੈ। ਭਾਵੇਂ ਕਿ ਅਕਾਲ ਪੁਰਖ ਪਰਮੇਸ਼ਰ ਦਾ ਸਰਗੁਣ ਸਰੂਪ ਨੇ, ਪਰ ਬਹੁਤ ਸਾਰੇ ਕੌਤਕ ਐਸੇ ਕੀਤੇ ਆਮ ਮਨੁੱਖਾਂ ਦੀ ਤਰ੍ਹਾਂ ਲੀਲਾ ਕਰਦੇ ਹਨ। ਸੋ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਅਪਰ ਨਰਨ ਸਮ ਸੋਏ, ਹੋਰ ਨਾ ਆਮ ਮਨੁੱਖਾਂ ਦੀ ਤਰ੍ਹਾਂ ਬੈਠੇ। ਜਦੋਂ ਥੱਲੇ ਸਜੇ ਨੇ, ਸੁਣ ਸੁਣ ਕਰਕੇ ਕੀਰਤਪੁਰ ਸਾਹਿਬ ਦੇ ਨਿਵਾਸੀ ਹੋਰ ਪ੍ਰੇਮੀ ਆਏ। ਫਿਰ ਸਭ ਮੈਂ ਤਬ ਗੁਰੂ ਅਗਾਧ, ਧਰੇ ਮੌਨਤਾ ਲਗੀ ਸਮਾਦ। ਗੁਰੂ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਦੇ ਵਿੱਚ ਸਜੇ ਨੇ। ਸੰਗੀ ਸਾਥੀ ਪ੍ਰੇਮੀ ਪਿਆਰ ਵਾਲੀਆਂ ਰੂਹਾਂ ਸਾਹਿਬਾਂ ਦੇ ਕੋਲ ਬੈਠੀਆਂ ਨੇ। ਸਾਹਿਬ ਜੀ ਐਨ ਮੌਨਤਾ ਧਾਰ ਕੇ ਲੱਗੀ ਸਮਾਧ ਲੱਗ ਗਈ ਹੈ। ਚੁੱਪ ਧਾਰ ਕੇ ਜਦੋਂ ਬੈਠੇ ਸਾਹਿਬ ਜੀ
ਸਮਾਧੀ ਵਿੱਚ ਚਲੇ ਗਏ। ਦੁਇ ਘਟਕਾ ਆਸਨ ਥਿਰ ਰਹੇ, ਲੋਚਨ ਮੁੰਦ ਨ ਤਨ ਸੁਧ ਅਹੇ। ਗੁਰੂ ਸਾਹਿਬ ਜੀ 2 ਘੜੀਆਂ ਆਪਣੇ ਆਸਨ ਤੇ ਜਿੱਥੇ ਬੈਠੇ ਸਨ ਸੱਜੇ ਰਹੇ, ਨੇਤਰ ਬੰਦ ਕੀਤੇ ਰਹੇ। ਇਸ ਸਮੇਂ ਸਰੀਰ ਦੀ ਕੋਈ ਸੁੱਧ ਬੁੱਧ ਨਾ ਰਹੇ। ਰਹੇ ਅਡੋਲ ਅੰਗ ਤਿਸ ਕਾਲ, ਪੁੰਨ ਖੋਲੇ ਦ੍ਰਿਗ ਰੁਚਿਰ ਵਿਸਾਲ। ਜਦੋਂ ਸਾਹਿਬ ਜੀ ਸਮਾਧੀ ਵਿੱਚ ਗਏ ਨਾ, ਭਾਈ ਸਾਹਿਬ ਕਹਿੰਦੇ ਸਾਹਿਬਾਂ ਦੇ ਅੰਗ ਬੜੇ ਅਡੋਲ ਟਿਕੇ ਹੋਏ ਰਹੇ ਹਨ, ਨੇਤਰ ਸਾਹਿਬਾਂ ਦੇ ਬੰਦ ਰਹੇ ਹਨ। ਫਿਰ ਕੁਝ ਸਮੇਂ ਬਾਅਦ ਸਾਹਿਬਾਂ ਨੇ ਨੇਤਰ ਆਪਣੇ ਖੋਲੇ ਹਨ। ਵਾਹ ਵਾਹ ਮੁਖ ਤੇ ਤਬ ਕਹਿਓ, ਦਾਸ ਮਨੋਹਰ ਵਡ ਪਦ ਲਹਿਓ। ਜਦੋਂ ਰੁਚਰ ਬਿਰਸਾਲ ਬਹੁਤੇ ਸੋਹਣੇ ਨੇਤਰ ਸਾਹਿਬਾਂ ਨੇ ਖੋਲੇ, ਕਮਲ ਸਰੀਖੇ, ਆਪਣੇ ਮੁਖ ਤੋਂ ਵਾਹੋ ਵਾਹੋ ਦਾ ਬਚਨ ਕਿਹਾ। ਵਾਹੋ ਵਾਹੋ ਬਚਨ ਤੋਂ ਕਹਿ ਕਰਕੇ ਆਪ ਮੁਹਾਰੇ ਬਚਨ ਨਿਕਲਿਆ, ਦਾਸ ਮਨੋਹਰ ਬੜ ਪਾਦ ਲਹਿਓ। ਕਿ ਮਨੋਹਰ ਦਾਸ ਜੀ ਨੇ ਬੜਾ ਉੱਚਾ ਦਰਜਾ ਪ੍ਰਾਪਤ ਕੀਤਾ ਹੈ, ਬੜੇ ਉੱਚੇ ਮਰਾਤਬੇ ਤੇ ਪਹੁੰਚ ਗਏ ਹਨ। ਬੂਜਨ ਕੋ ਸਭ ਹੁਣ ਸੁਨਾਇਓ, ਕੌਣ ਕਰਮ ਤਪ ਫਲ ਤਿਨ ਪਾਇਓ। ਸੋ ਬੂਜਨ ਪੁੱਛਣ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਣ ਲਈ ਸਾਰੇ ਸਿੱਖਾਂ ਨੂੰ ਸੁਣਾ ਕਰਕੇ ਬੋਲੇ ਹਨ ਕਿ ਕਿਹੜਾ ਕਰਮ ਕਿਹੜਾ ਤਪ ਇਹੋ ਜਿਹਾ ਕੀਤਾ ਸੀ ਕਿ ਜਿਸ ਦਾ ਉਹਨਾਂ ਨੂੰ ਇਹੋ ਜਿਹਾ ਫਲ ਪ੍ਰਾਪਤ ਹੋਇਆ। ਕਸ਼ਮੀਰੀ ਇੱਕ ਸਿੱਖ ਬਿਸਾਲਾ, ਗੁਰ ਟਿਗ ਰਹਿ ਸੋ ਨਾਮ ਕਮਾਲਾ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਵੇਖਿਆ ਸੀ ਨਾ, ਹਰ ਕੇ ਦਰ ਵਰਤਿਆ ਸੋ ਨਾਨਕੇ ਆਖ ਸੁਨਾਇਆ। ਰੱਬ ਦੇ ਘਰ ਦੀਆਂ ਖੇਡਾਂ 6ਵੇਂ ਪਾਤਸ਼ਾਹ ਨੇ ਇਸ ਧਰਤੀ ਤੇ ਬੈਠ ਕੇ ਜਦੋਂ ਵੇਖੀਆਂ, ਪਰਲੋਕ ਦੇ ਵਿੱਚ ਸਾਹਿਬਾਂ ਨੇ ਸਿੱਖਾਂ ਨੂੰ ਸੁਣਾ ਕੇ ਬਚਨ ਕਹਿ ਕੇ ਪੁੱਛਿਆ ਹੈ, ਕੌਣ ਕਰਮ ਤਪ ਫਲ ਤਿਨ ਪਾਇਓ। ਕਿਹੜਾ ਇਹੋ ਜਿਹਾ ਸ਼ੁਭ ਕਰਮ ਕੀਤਾ ਸੀ, ਕਿਹੜੇ ਤਪ ਦਾ ਉਹਨੂੰ ਫਲ ਮਿਲਿਆ ਸੀ। ਜਦੋਂ ਇਹ ਸਾਹਿਬਾਂ ਨੇ ਬਚਨ ਕਹੇ, ਇੱਕ ਕਸ਼ਮੀਰੀ ਸਿੱਖ ਬੈਠਾ ਸੀ ਸੰਗਤ ਵਿੱਚ, ਉਹਦਾ ਨਾਮ ਸੀ ਭਾਈ ਕਮਾਲਾ। ਸੋ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਹੋਏ ਉਸ ਕਮਾਲੇ ਸਿੱਖ ਨੇ ਤਿਨ ਕਰ ਜੋਰ ਕਹਿਓ, ਸੁਨ ਸੁਆਮੀ, ਸਭ ਕਿਛ ਜਾਣੋ ਅੰਤਰ ਜਾਮੀ। ਉਸ ਭਾਈ ਕਮਾਲੇ ਨੇ ਹੱਥ ਜੋੜ ਕੇ ਆਖਿਆ, ਸੁਨ ਸੁਆਮੀ ਹੈ ਮਾਲਕ ਜੀ ਸੁਣੋ, ਆਪ ਸਭ ਕੁਛ ਜਾਣਨ ਵਾਲੇ ਅੰਤਰਜਾਮੀ ਹੋ। ਦਿਲਾਂ ਦੀਆਂ ਜਾਣਨਹਾਰ, ਜਿੰਨੇ ਗੁਪਤ ਰਾਜ ਗੁਪਤ ਭੇਦ ਨੇ, ਉਹ ਸਾਰੇ ਦੇ ਸਾਰੇ ਆਪ ਜੀ ਜਾਣਦੇ ਹੋ। ਤਉ ਦਾਸ ਕੇ ਗੁਣ ਬਿਦਤਾਵਨਾ, ਬੂਝਤ ਹੋ ਮੈਂ ਕਰੋ ਸੁਨਾਵਨਾ। ਜੇਕਰ ਤਦੋਂ ਵੀ ਆਪ ਜੀ ਦਾਸ ਦੇ ਗੁਣਾਂ ਨੂੰ ਪ੍ਰਗਟ ਕਰਨ ਵਾਸਤੇ ਤੁਸੀਂ ਪੁੱਛਦੇ ਹੋ ਨਾ, ਤਾਂ ਮੈਂ ਆਪ ਜੀ ਨੂੰ ਮਹਾਰਾਜ ਫਿਰ ਸੁਣਾਉਂਦਾ ਹਾਂ, ਦੱਸਣਾ ਕਰਦਾ ਹਾਂ। ਸ਼੍ਰੀ ਗੁਰ ਅਰਜਨ ਕੋਲੇ ਗੋਦ, ਰਹਿਓ ਖਿਲਾਵਤ ਪਾਏ ਪ੍ਰਮੋਦ। ਉਹ ਜਿਹੜਾ ਮਨੋਹਰ ਦਾਸ ਗੁਰੂ ਕਾ ਸੇਵਕ ਸੀ ਨਾ ਪ੍ਰੇਮੀ, ਉਹਨੇ ਕਿਹੜਾ ਤਪ ਕੀਤਾ ਸੀ ਮਹਾਰਾਜ, ਜੋ ਆਪ ਜੀ ਦੇ ਪਿਤਾ ਜੀ ਲਿਖ ਗਏ ਬਾਣੀ ਵਿੱਚ, ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਸੇਵਾ ਸਾਰੇ ਤਪਾਂ ਦੇ ਵਿੱਚੋਂ ਸ਼੍ਰੋਮਣੀ ਤਪ ਹੁੰਦਾ ਹੈ। ਜਿਸ ਸਮੇਂ ਆਪ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਾਲਕ ਅਵਸਥਾ ਦੇ ਵਿੱਚ ਸਨ ਨਾ, ਉਦੋਂ ਉਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੋਦ ਵਿੱਚ ਲੈ ਕਰਕੇ ਖਿਡਾਉਂਦਾ ਹੁੰਦਾ ਸੀ, ਬੜੇ ਲਾਡ ਲਡਾਉਂਦਾ ਸੀ, ਪਿਆਰ ਕਰਦਾ ਸੀ। ਇੱਕ ਤੋ ਇਹ ਸ਼ੁਭ ਕਰਮ ਮਹਾਨਾ, ਅਪਰ ਸੁਨੋ ਜੋ ਤਿਸ ਕ੍ਰਿਤ ਠਾਨਾ। ਇੱਕ ਤਾਂ ਉਹਦਾ ਇਹ ਸ਼ੁਭ ਕਰਮ ਸੀ ਕਿ ਉਸਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਚਪਨ ਵਿੱਚ ਖਿਡਾਇਆ ਸੀ, ਉਹ ਖਿਡਾਵਾ ਸੀ, ਬੜਾ ਪਿਆਰ ਕਰਦਾ ਸੀ। ਤੇ ਦੂਸਰਾ ਜਿਹੜਾ ਉਹਨਾਂ ਦਾ ਮਹਾਨ ਕਾਰਜ ਹੈ ਕ੍ਰਿਤ ਠਾਨਾ, ਜਿਹੜੀ ਦੂਜੀ ਉਹਨਾਂ ਨੇ ਉੱਤਮ ਕਿਰਤ ਕੀਤੀ, ਮਹਾਨ ਕਾਰਜ ਕੀਤਾ, ਉਹ ਸੁਣਨਾ ਕਰੋ।
ਗੁਰੂ ਅਮਰ ਜੀ ਸ਼ਰਵਨ ਕਰੇ, ਪੂਰਨਮਾਸ਼ੀ ਮੇਲਾ ਕਰੇ। ਜਿਸ ਸਮੇਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੂਰਨਮਾਸ਼ੀ ਦਾ ਮੇਲਾ ਸਾਹਿਬਾਂ ਨੇ ਲਾਉਣਾ ਪ੍ਰਾਰੰਭ ਕੀਤਾ ਸੀ। ਸੋ ਗੁਰੂ ਘਰਾਂ ਦੇ ਵਿੱਚ ਦਿਹਾੜੇ ਲੱਗਦੇ ਸਨ, ਮੱਸਿਆ ਤੇ ਸੰਗਤਾਂ ਆਉਂਦੀਆਂ ਸਨ। ਪੁਰਾਣੇ ਸਮੇਂ ਤੋਂ ਇਹ ਸੰਗਰਾਂਦ 'ਤੇ ਆਉਂਦੀਆਂ ਸੀ, ਪੂਰਨਮਾਸ਼ੀ 'ਤੇ। ਇਸੇ ਤਰ੍ਹਾਂ ਹੀ ਗੁਰਪੁਰਬਾਂ ਦੇ ਦਿਹਾੜਿਆਂ 'ਤੇ, ਦੀਵਾਲੀ 'ਤੇ, ਵਿਸਾਖੀ 'ਤੇ। ਸੋ ਇਹਨਾਂ ਦਿਹਾੜਿਆਂ 'ਤੇ ਦਿਨਾਂ 'ਤੇ ਸਿੱਖ ਸੰਗਤਾਂ ਵਿਸ਼ੇਸ਼ ਕਰਕੇ ਗੁਰੂ ਘਰਾਂ ਦੇ ਵਿੱਚ ਪਹੁੰਚਦੀਆਂ ਸਨ। ਤੇ ਨਾ ਤਾਂ ਕਿਸੇ ਬੰਦੇ ਨੇ ਕੋਈ ਪੂਰਨਮਾਸ਼ੀ ਜਾਂ ਮੱਸਿਆ ਜਾਂ ਸੰਗਰਾਂਦ ਦਾ ਦਿਨ ਬਣਾਇਆ, ਤੇ ਪਰਮਾਤਮਾ ਵੱਲੋਂ ਹੀ ਜੋ ਉਸ ਦੀ ਕਾਇਨਾਤ ਕੁਦਰਤ ਵਿੱਚ ਦਿਨਾਂ ਦਾ ਵਰਤਾਰਾ ਵਰਤਦਾ, ਉਸੇ ਅਨੁਸਾਰ ਹੀ ਸਾਰਾ ਚੱਲਦਾ ਹੈ। ਹਾਂ, ਸਿੱਖਾਂ ਨੇ ਦਿਨ ਚੁਣੇ ਸਨ ਕਿ ਇਸ ਦਿਨ 'ਤੇ ਗੁਰੂ ਕੀ ਸੰਗਤ ਵਿੱਚ ਪਹੁੰਚਿਆ ਜਾਏ, ਸੰਗਤ ਕੀਤੀ ਜਾਏ, ਲਾਹਾ ਲਿਆ ਜਾਏ। ਇਹ ਸਿੱਖਾਂ ਦੀ ਭਾਵਨਾ ਸੀ। ਸੋ ਗੁਰੂ ਅਮਰ ਜੀ ਸਾਵਨ ਕਰੇ, ਪੂਰਨਮਾਸ਼ੀ ਮੇਲਾ ਭਰੇ। ਜਿਸ ਸਮੇਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸੇਵਨ ਕਰੇ, ਇੱਥੇ ਸਾਵਨ ਤੋਂ ਲਿਖਿਆ ਭਾਈ ਸਾਹਿਬ ਨੇ, ਭਾਵ ਹੈ ਸੇਵਨ ਕਰੇ, ਸੇਵਾ ਕੀਤੀ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹਨਾਂ ਨੇ ਬੜੀ ਸੇਵਾ ਕੀਤੀ। ਪੂਰਨਮਾਸ਼ੀ ਦਾ ਮੇਲਾ ਜਦੋਂ ਬੜਾ ਭਰਦਾ ਸੀ, ਤਬੈ ਪ੍ਰੀਤ ਧਰ ਕਰੈ ਆਹਾਰਾ, ਅਨੇਕ ਪ੍ਰਕਾਰਨ ਕੋ ਕਰ ਤਿਆਰਾ। ਤਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਸੇਵਾ, ਸੰਗਤ ਦੀ ਸੇਵਾ ਵਾਸਤੇ ਸਿੱਖ ਬੜਾ ਪ੍ਰੇਮ ਕਰਕੇ ਨਾ ਸੇਵਾ 'ਚ ਹਾਜ਼ਰ ਹੋਇਆ ਕਰਦਾ ਸੀ। ਤੇ ਭਾਈ ਸਾਹਿਬ ਕਹਿੰਦੇ ਕਿ ਇਸ ਤਰ੍ਹਾਂ ਨਾ ਏ, ਤਬੇ ਪ੍ਰੀਤ ਧਰ ਕਰੇ ਆਹਾਰਾ, ਲੰਗਰ ਪ੍ਰਸ਼ਾਦ ਬਣਾਉਣ ਦੀ ਸੇਵਾ ਬੜੀ ਪ੍ਰੀਤ ਪਿਆਰ ਧਾਰ ਕੇ ਕਰਦਾ ਸੀ। ਤੇ ਇਸੇ ਤਰ੍ਹਾਂ ਹੀ ਅਨੇਕ ਪ੍ਰਕਾਰਨ ਕੇ ਕਾਰ ਤਿਆਰਾ, ਅਨੇਕਾਂ ਪ੍ਰਕਾਰ ਦੇ ਪਕਵਾਨ, ਲੰਗਰ ਪ੍ਰਸ਼ਾਦਾ ਗੁਰੂ ਕੇ ਲੰਗਰ ਵਿੱਚ ਤਿਆਰ ਕਰਦਾ ਸੀ। ਸ਼੍ਰੀ ਗੁਰ ਅਮਰ ਕੇਰ ਸੰਤਾਨ, ਤਿਨਹਿ ਅਚਾਵਹਿ ਕਰ ਕਰ ਮਾਨ। ਤੇ ਇਹ ਗੁਰਮੁਖ ਪਿਆਰਾ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੰਤਾਨ ਦੀ ਬੜੀ ਸੇਵਾ ਕਰਦਾ ਸੀ। ਉਹਨਾਂ ਨੂੰ ਕਰ ਕਰ ਮਾਣ, ਅਦਬ ਸਤਿਕਾਰ ਮਾਣ ਕਰਕੇ, ਆਦਰ ਕਰਕੇ ਲੰਗਰ ਪ੍ਰਸ਼ਾਦ ਛਕਾਉਣ ਦੀ ਸੇਵਾ ਕਰਦਾ ਸੀ। ਮਨ ਭਾਵਤ ਦੇ ਮੋਦ ਪ੍ਰਬੀਨ, ਪੁੰਨ ਪਹਿਰਾਵੇ ਬਸਤਰ ਨਵੀਨ। ਤੇ ਮਾਨ ਭਾਉਂਦੇ, ਮੋਦ ਹੁੰਦੀ ਪ੍ਰਸੰਨਤਾ, ਖੁਸ਼ੀ ਦਿੰਦਾ ਸੀ। ਮਨ ਭਾਉਂਦੀ ਖੁਸ਼ੀ ਦਿੰਦਾ ਸੀ। ਉਹਨਾਂ ਕੋਲੋਂ ਖੁਸ਼ੀਆਂ ਲੈਂਦਾ ਸੀ ਸੇਵਾ ਕਰਕੇ। ਸੇਵਾ ਵਿੱਚੋਂ ਖੁਸ਼ੀ ਮਿਲਦੀ। ਸੇਵਾ ਕੀਤੇ ਮਹਾਂਪੁਰਖ ਖੁਸ਼ ਹੁੰਦੇ ਨੇ, ਗੁਰੂ ਤਰੁੱਠਦਾ ਹੈ। ਇਹ ਸੇਵਾ ਕਰਕੇ ਉਹਨਾਂ ਦੀਆਂ ਖੁਸ਼ੀਆਂ ਲੈਂਦਾ ਸੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਅੰਸ ਬੰਸ ਦੀਆਂ। ਤੇ ਫਿਰ ਲੀੜੇ ਕੱਪੜੇ ਬਸਤਰ ਵੀ ਨਵੇਂ ਪਹਿਨਾਉਣ ਦੀ ਸੇਵਾ ਕਰਦਾ ਸੀ। ਤਿਨ ਕੋ ਸੇਵੈ ਅਨੇਕ ਪ੍ਰਕਾਰੇ, ਕਰਹਿ ਕੀਰਤਨ ਜਾਏ ਚੁਬਾਰੇ। ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ ਦੀ ਸੇਵਾ ਅਨੇਕਾਂ ਤਰ੍ਹਾਂ ਨਾਲ ਕਰਦਾ ਸੀ। ਤੇ ਫਿਰ ਗੁਰੂ ਕੀ ਬਾਣੀ ਦਾ ਕੀਰਤਨ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਜਾ ਕੇ ਕਰਦਾ ਸੀ, ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਲੰਮਾ ਸਮਾਂ ਰਹੇ ਸਨ। ਸੋ ਉੱਥੇ ਬੜੇ ਪਿਆਰ ਦੇ ਨਾਲ ਇਹ ਕੀਰਤਨ ਕਰਦਾ ਸੀ। ਕਬਹਿ ਬਾਵਲੀ ਬੈਠਹਿ ਆਏ, ਆਸਾ ਵਾਰ ਸ਼ਬਦ ਜੁਤ ਗਾਏ। ਤੇ ਕਦੀ ਕਦੀ ਬੌੜੀ ਸਾਹਿਬ ਦੇ ਕੋਲ ਆ ਕੇ ਬੈਠਦਾ ਸੀ। ਉੱਥੇ ਫਿਰ ਬੜੇ ਪਿਆਰ ਦੇ ਸਹਿਤ ਆਸਾ ਜੀ ਦੀ ਵਾਰ ਸ਼ਬਦ ਜੁਤ, ਸ਼ਬਦਾਂ ਦੇ ਸਮੇਤ ਆਸਾ ਜੀ ਦੀ ਵਾਰ ਨੂੰ ਗਾਉਂਦਾ ਸੀ। ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਸੀ। ਗੁਰੂ ਅਮਰ ਸੰਤਤ ਕੇ ਪਾਸ, ਕਰ ਗੁਰ ਭਗਤ ਮਨੋਹਰ ਦਾਸ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਤਾਨ ਦੇ ਪਾਸ, ਉਹਨਾਂ ਦੀ ਅੰਸ ਬੰਸ ਦੇ ਕੋਲ ਰਹਿ ਕੇ
ਮਨੋਹਰ ਦਾਸ ਨੇ ਗੁਰੂ ਸਾਹਿਬ ਜੀ ਦੀ ਬੜੀ ਭਗਤੀ ਕੀਤੀ, ਬੰਦਗੀ ਕੀਤੀ। इन शुभ कर्मन को फल होवा, लहियो महापद जो तुम जोवा। हे ਮਹਾਰਾਜ ਜੀ, ਇਹਨਾਂ ਸ਼ੁਭ ਕਰਮਾਂ ਦਾ ਉਹਨੂੰ ਇਹ ਫਲ ਹੋਇਆ ਹੈ, ਇਹ ਫਲ ਪ੍ਰਾਪਤ ਹੋਇਆ, ਮਿਲਿਆ। ਲਹਿਓ ਮਹਾਪਦ, ਉਹਨਾਂ ਨੇ ਮਹਾਪਦਵੀ ਨੂੰ ਪ੍ਰਾਪਤ ਕੀਤਾ। ਜੋ ਤੁਮ ਜੋਵਾ, ਜੋ ਤੁਸੀਂ ਧਿਆਨ ਵਿੱਚ ਵੇਖਿਆ ਹੈ, ਜੋ ਤੁਸੀਂ ਧਿਆਨ ਧਾਰ ਕੇ ਸਮਾਧੀ ਵਿੱਚ ਵੇਖਿਆ ਨਾ ਮਹਾਰਾਜ, ਇਹ ਸਾਰਾ ਗੁਰੂ ਪਾਤਸ਼ਾਹ ਦੀ, ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਕੀਤੀ ਹੋਈ ਸੇਵਾ ਦਾ ਹੀ ਫਲ ਹੈ। कहे आपके हमने जान्यो, इस प्रकार तप तिसने ठान्यो। ਮਹਾਰਾਜ ਜੀ, ਆਪ ਜੀ ਦੇ ਕਹੇ ਹੋਏ ਅਨੁਸਾਰ ਅਸੀਂ ਇਹ ਸਾਰਾ ਕੁਝ ਜਾਣਿਆ ਹੈ। ਕਹੇ ਆਪ ਕੇ ਹਮਨੇ ਜਾਣਿਓ, ਆਪ ਜੀ ਦੇ ਕਹੇ ਅਨੁਸਾਰ ਅਸੀਂ ਇਹ ਜਾਣਿਆ ਕਿ ਇਸ ਪ੍ਰਕਾਰ ਦਾ ਤਪ ਮਨੋਹਰ ਦਾਸ ਨੇ ਕੀਤਾ ਸੀ। ਸੇਵਾ ਹੀ ਤਪ ਹੈ, ਜਿਸ ਕਰਕੇ ਉਹਨੇ ਉੱਤਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। इम सुन के श्री हर गोविंद, बोले बाग सुनावत बृंद। ਇਸ ਤਰ੍ਹਾਂ ਸਿੱਖ ਕੋਲੋਂ ਭਾਈ ਮਨੋਹਰ ਦਾਸ ਦੀ ਟਹਿਲ ਸੇਵਾ ਘਾਲਣਾ, ਸਿਮਰਨ ਭਗਤੀ ਬੰਦਗੀ ਬਾਰੇ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸੱਚੇ ਸਾਹਿਬ ਸਾਰਿਆਂ ਨੂੰ ਆਪਣੇ ਮੁਖ ਤੋਂ ਬਚਨ ਸੁਣਾਉਂਦੇ ਹੋਏ ਕਹਿਣ ਲੱਗੇ। श्री गुर अमरदास संतान, हम नह सेवे कब निज पान। ਕਿ ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਤਾਨ ਅੰਸ਼ ਬੰਸ ਹੈ, ਅਸੀਂ ਕਦੀ ਆਪਣੇ ਹੱਥਾਂ ਨਾਲ ਉਹਨਾਂ ਦੀ ਸੇਵਾ ਨਹੀਂ ਕੀਤੀ। करसों टहल न हम ते होई, देत महापदवी को जोई। ਸਾਡੇ ਕੋਲੋਂ ਉਹਨਾਂ ਦੀ ਆਪਣੇ ਹੱਥਾਂ ਨਾਲ ਟਹਿਲ ਸੇਵਾ ਨਹੀਂ ਹੋ ਸਕੀ, ਜਿਹੜੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬੰਸ ਸੰਤਾਨ ਦੀ ਸੇਵਾ ਉੱਤਮ ਪਦਵੀ ਨੂੰ ਦਿੰਦੀ ਹੈ, ਉੱਤਮ ਪਦਵੀ ਨੂੰ ਬਖਸ਼ਿਸ਼ ਕਰਦੀ ਹੈ। जब ते तुरकन कीन बखेरा, तब ते गोइंदवाल ना हेरा। ਤੇ ਜਦੋਂ ਤੋਂ ਸਾਡੇ ਤੁਰਕਾਂ ਦੇ ਨਾਲ ਜੰਗ ਯੁੱਧ ਹੋਣ ਲੱਗੇ, ਫਿਰ ਅਸੀਂ ਗੋਂਦਵਾਲ ਸਾਹਿਬ ਜਾ ਕੇ ਨਹੀਂ ਵੇਖਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹੰਸ ਬੰਸ ਨੂੰ ਨਹੀਂ ਮਿਲ ਸਕੇ, ਨਹੀਂ ਸੇਵਾ ਕਰ ਸਕੇ। श्री गुर अमरदास संतान, किम हम सेवा करें महान। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਮਹਾਨ ਸੰਤਾਨ ਹੈ, ਉਹਨਾਂ ਦੀ ਅੰਸ਼ ਬੰਸ ਦੇ ਸਾਹਿਬਜ਼ਾਦੇ, ਉਹਨਾਂ ਦੀ ਵੱਡੀ ਸੇਵਾ ਅਸੀਂ ਕਿਵੇਂ ਕਰ ਸਕੀਏ। तिस पुर हम ते जाए न जाई, चिरंकाल पाखबर न पाई। ਤੇ ਹੁਣ ਸਾਡੇ ਕੋਲੋਂ ਉਸ ਪੁਰ ਸ੍ਰੀ ਗੋਂਦਵਾਲ ਸਾਹਿਬ ਵਿਖੇ ਵਾਪਸ ਨਹੀਂ ਜਾਇਆ ਜਾ ਸਕਦਾ, ਕਿਉਂਕਿ ਲੰਮਾ ਸਮਾਂ ਲੰਘ ਗਿਆ ਹੈ, ਕੋਈ ਖਬਰਸਾਰ ਸਾਨੂੰ ਗੋਂਦਵਾਲ ਸਾਹਿਬ ਤੋਂ ਨਹੀਂ ਆਈ। हमको रहे जो बिघन विसाला, तुरकन संग जंग सब काला। ਤੇ ਸਾਨੂੰ ਕਈ ਤਰ੍ਹਾਂ ਦੇ ਵਿਘਨ ਸੰਸਾਰ 'ਚ ਬਣਦੇ ਰਹੇ, ਜੰਗ ਯੁੱਧ ਦੇ ਅਖਾੜੇ 'ਚ ਰਚਦੇ ਰਹੇ ਹਾਂ। ਤੁਰਕਨ ਸੰਗ ਜੰਗ ਸਭ ਕਾਲਾ, ਸਾਰੇ ਸਮਿਆਂ ਤੇ ਜਿਹੜੇ 4 ਜੰਗ ਹੋਏ ਨੇ, ਇਹਨਾਂ ਦਾ ਸਮਾਂ ਵਕਵਾ ਬੜਾ ਥੋੜਾ ਥੋੜਾ ਹੈ, ਬੜੇ ਛੇਤੀ ਛੇਤੀ ਜੰਗ ਹੋਏ ਹਨ। ਇਸ ਵਾਸਤੇ ਸਾਹਿਬ ਕਹਿੰਦੇ ਸਾਡੇ ਕੋਲੋਂ ਇਹਨਾਂ ਜੰਗਾਂ ਯੁੱਧਾਂ ਕਰਕੇ ਵੇਲ ਨਾ ਮਿਲਣ ਕਰਕੇ ਨਹੀਂ ਜਾਇਆ ਗਿਆ। भाई घड़िया संत प्रवीणा, तिसकी दिशा बिलोकन कीना। ਭਾਈ ਗੜੀਆ ਜੀ ਪ੍ਰਵੀਨ ਸੰਤ ਹੈ, ਪੂਰਨ ਮਹਾਂਪੁਰਖ ਸਿਆਣਾ ਗੁਰਮੁਖ ਹੈ। ਇਸ ਭਾਈ ਗੜੀਆ ਜੀ ਵੱਲ ਵੇਖ ਕੇ ਦਿਸ਼ਾ ਬਲੋਕਨ ਕੀਨੇ ਦੇ ਵੱਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ कहियो ताहि सो तुम अब जावो, कह आनंद को एह ठान ल्यावो। ਗੁਰੂ ਪਾਤਸ਼ਾਹ ਕਹਿਣ ਲੱਗੇ, ਜਾਓ ਭਾਈ ਗੜੀਆ ਜੀ, ਤੁਸੀਂ ਗੋਂਦਵਾਲ ਸਾਹਿਬ ਵਿਖੇ ਚੱਲ ਕੇ ਜਾਓ। ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਇਸ ਸਮੇਂ ਬਾਬਾ ਆਨੰਦ ਜੀ ਹਨ, ਮਹਾਂਪੁਰਖ ਹਨ। ਜਾਓ ਤੁਸੀਂ ਗੋਂਦਵਾਲ ਸਾਹਿਬ ਵਿਖੇ ਜਾ ਕੇ
ਬਾਬਾ ਆਨੰਦ ਜੀ ਨੂੰ ਕਹਿ ਕੇ ਬੇਨਤੀ ਕਰਕੇ ਉਹਨਾਂ ਨੂੰ ਇੱਥੇ ਲੈ ਕੇ ਆਓ। ਸਿਵਕਾ ਲੈ ਕਰ ਸੰਗ ਸਿਧਾਵੋ, ਗੋਇੰਦਵਾਲ ਜਾਏ ਦਰਸਾਵੋ। ਸਿਵਕਾ ਹੁੰਦੀ ਪਾਲਕੀ, ਪਾਲਕੀ ਨਾਲ ਲੈ ਕਰਕੇ ਤੁਸੀਂ ਜਾਓ ਤੇ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰੋ। ਇਮ ਆਨੰਦ ਕੇ ਸੰਗ ਬਖਾਨੋ, ਕਰੋ ਕਿਰਪਾ ਬਿਗਨ ਗਨਹਾਨੋ। ਇਸ ਤਰ੍ਹਾਂ ਜਾ ਕੇ ਬਾਬੇ ਮੋਹਰੀ ਜੀ ਦੇ ਸਪੁੱਤਰ ਹਨ ਬਾਬਾ ਆਨੰਦ ਜੀ। ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਹੈ ਕਿ ਬਾਬੇ ਮੋਹਰੀ ਜੀ ਦੇ ਸਪੁੱਤਰ ਉਹਨਾਂ ਦੇ ਤਾਈਂ ਜਾ ਕੇ ਬੇਨਤੀ ਕਰੋ ਤੇ ਆਖੋ ਕਰੋ ਕਿਰਪਾ ਬਿਘਨੇ ਗਨਹਾਨੋ, ਕਿਰਪਾ ਕਰੋ ਸਾਰੇ ਬਿਘਨਾਂ ਨੂੰ ਨਾਸ਼ ਕਰੋ। ਦਰਸ਼ਨ ਦੀਜੈ ਬਿਰਦ ਸੰਭਾਰੋ, ਆਵੋ ਇਹ ਠਾਂ ਬਿਲਮ ਵਿਸਾਰੋ। ਤੇ ਸਾਡੇ ਵੱਲੋਂ ਬੇਨਤੀ ਕਰਿਓ ਕਿ ਤੁਸੀਂ ਆਪਣਾ ਬਿਰਦ ਸੰਭਾਲ ਕੇ, ਬਿਰਦ ਹੁੰਦਾ ਸੁਭਾਅ ਧਰਮ, ਆਪਣਾ ਬਿਰਦ ਸੰਭਾਲ ਕੇ ਆ ਕੇ ਕੀਰਤਪੁਰ ਸਾਹਿਬ ਵਿਖੇ ਦਰਸ਼ਨ ਦਿਓ, ਦਰਸ਼ਨ ਬਖਸ਼ੋ। ਆਵੋ ਇਹ ਠਾਂ ਬਿਲਮ ਵਿਸਾਰੋ। ਬਿਲਮ ਹੁੰਦੀ ਡੇਰੀ, ਡੇਰੀ ਨੂੰ ਵਕਤ ਨੂੰ ਛੱਡ ਕਰਕੇ ਛੇਤੀ ਨਾਲ ਆਪ ਜੀ ਇੱਥੇ ਕੀਰਤਪੁਰ ਸਾਹਿਬ ਵਿਖੇ ਆਉਣਾ ਕਰੋ। ਲਿਖੀ ਪੱਤਰਿਕਾ ਦੀਨ ਸਹਾਥ, ਗਮਨਿਓ ਲੀਨ ਪਾਲ ਕੀ ਸਾਥ। ਗੁਰੂ ਪਾਤਸ਼ਾਹ ਨੇ ਇੱਕ ਪੱਤਰਿਕਾ ਚਿੱਠੀ ਆਪਣੇ ਵੱਲੋਂ ਲਿਖ ਕੇ ਭਾਈ ਗੜੀਏ ਦੇ ਹੱਥ ਵਿੱਚ ਦਿੱਤੀ ਹੈ। ਭਾਈ ਗੜੀਆ ਜੀ ਆਪਣੇ ਨਾਲ ਪਾਲਕੀ ਲੈ ਕਰਕੇ ਸੇਵਾਦਾਰਾਂ ਨੂੰ ਨਾਲ ਲੈ ਕੇ ਸ਼੍ਰੀ ਕੀਰਤਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ। ਸਨ ਸਨ ਪਰ ਗੋਇੰਦਵਾਲ, ਮਿਲਿਓ ਆਏ ਗੜੀਆ ਤਿਸ ਕਾਲ। ਸਹਿਜੇ ਸਹਿਜੇ ਚੱਲਦਾ ਹੋਇਆ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਭਾਈ ਗੜੀਆ ਜੀ ਆ ਕੇ ਬਾਬਾ ਆਨੰਦ ਜੀ ਨੂੰ ਮਿਲੇ। ਪਦ ਅਰਬਿੰਦ ਆਨੰਦ ਕੇ ਬੰਦੇ, ਦਈ ਪੱਤਰਿਕਾ ਪਠੀ ਬਿਲੰਦੇ। ਬਾਬਾ ਆਨੰਦ ਜੀ ਦੇ ਚਰਨ ਕਮਲਾਂ ਤੇ ਆ ਕੇ ਭਾਈ ਗੜੀਆ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਔਰ ਜੋ ਪੱਤਰਿਕਾ ਚਿੱਠੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾਬਾ ਆਨੰਦ ਜੀ ਦੇ ਨਾਮ ਲਿਖੀ ਸੀ, ਉਹ ਚਿੱਠੀ ਪੱਤਰਿਕਾ ਭਾਈ ਗੜੀਆ ਜੀ ਨੇ ਬਾਬਾ ਆਨੰਦ ਜੀ ਨੂੰ ਫੜਾਈ। ਲਿਖੀ ਪ੍ਰੇਮ ਕਰ ਬਾਂਚੀ ਜਬੈ, ਮਗਨ ਆਨੰਦ ਆਨੰਦ ਸੋ ਤਬੈ। ਜਿਹੜੀ ਪ੍ਰੇਮ ਕਰਕੇ ਚਿੱਠੀ ਲਿਖੀ ਸੀ ਨਾ ਛੇਵੇਂ ਸਤਿਗੁਰੂ ਜੀ ਨੇ, ਬਾਬਾ ਆਨੰਦ ਜੀ ਨੇ ਜਦੋਂ ਵੇਖੀ ਪੜ੍ਹ ਕੇ ਵਾਚੀ ਨਾ, ਉਹਨਾਂ ਦਾ ਰੋਮ ਰੋਮ ਆਨੰਦ ਨਾਲ ਭਰ ਗਿਆ। ਬਾਬਾ ਆਨੰਦ ਜੀ ਆਨੰਦ ਵਿੱਚ ਆ ਗਏ, ਬੜੇ ਖੁਸ਼ੀ ਪ੍ਰਸੰਨਤਾ ਵਿੱਚ ਆਏ। ਗੁਰ ਲੀਲਾ ਕੇ ਚਲਤ ਵਿਚਾਰੇ, ਆਪਨ ਪਉ ਦੁਰਾਏ ਵਿਵਹਾਰੇ। ਗੁਰੂ ਪਾਤਸ਼ਾਹ ਜੀ ਦੀ ਲੀਲਾ ਦੇ ਚਲਤਾ ਕੌਤਕਾਂ ਨੂੰ ਮਨ 'ਚ ਵਿਚਾਰਨ ਲੱਗੇ ਕਿ ਗੁਰੂ ਸਾਹਿਬ ਮਹਾਰਾਜ ਜੀ ਆਪਣੇ ਆਪ ਨੂੰ ਲੁਕਾ ਕੇ ਦੂਸਰੇ ਮਨੁੱਖਾਂ ਵਾਂਗ ਵਿਹਾਰ ਕਰਦੇ ਹਨ। ਸੋ ਆਪਣੇ ਆਪ ਨੂੰ ਦੁਰਾਏ ਛਪਾ ਕਰਕੇ ਹੀ ਸਾਰੇ ਵਿਹਾਰ ਕਰਦੇ ਹਨ। ਅਪਰ ਨਰਨ ਕੇ ਕਰੈ ਸਮਾਨ, ਕਰਤਾ ਹਰਤਾ ਸਰਬ ਜਹਾਨ। ਗੁਰੂ ਸਾਹਿਬ ਜੀ ਅਪਰ ਨਰਨ ਹੋਰਨਾਂ ਮਨੁੱਖਾਂ ਦੀ ਤਰ੍ਹਾਂ ਹੀ ਸਾਰੇ ਵਿਹਾਰ ਕਰਦੇ ਨੇ, ਜਿਹੜੇ ਗੁਰੂ ਸਾਹਿਬ ਜੀ ਹਰਤਾ ਤੇ ਕਰਤਾ ਹਨ। ਕਰਤਾ ਹੁੰਦਾ ਸੰਸਾਰ ਦੀ ਰਚਨਾ ਕਰਨ ਵਾਲਾ ਤੇ ਹਰਤਾ ਹੁੰਦਾ ਨਾਸ਼ ਕਰਨ ਵਾਲਾ। ਜਬ ਯੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੋ, ਤੁਮ ਮੈਂ ਮਿਲਤ ਦੇਹ ਤਰ ਸਭੋ। ਜਦੋਂ ਤੁਸੀਂ ਸਿਰਜਣਾ ਕਰਦੇ ਹੋ, ਸ੍ਰਿਸ਼ਟੀ ਦੀ ਹੋਂਦ ਬਰਕਰਾਰ ਹੋ ਜਾਂਦੀ, ਪਸਾਰਾ ਪਸਰ ਜਾਂਦਾ। ਜਦੋਂ ਤੁਸੀਂ ਇਹ ਰਚਨਾ ਨੂੰ ਖਿੱਚ ਲੈਂਦੇ ਹੋ, ਜਬ ਆ ਕਰਖ ਅਕਰਖ ਹੁੰਦਾ ਖਿੱਚ ਲੈਣਾ। ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਤਰ ਸਭ ਹੋ। ਜਿੰਨੇ ਦੇਹ ਸਰੀਰ ਮਾਲਕਾ ਤੇਰੇ ਵਿੱਚ ਹੀ ਮਿਲ ਜਾਂਦੇ ਨੇ। ਚੌਪੀ ਸਾਹਿਬ ਦੀ ਬਾਣੀ ਦਾ ਇਹ ਬਚਨ ਹੈ। ਸੋ ਮਹਾਰਾਜ ਜੀ ਕਰਤਾ ਹਰਤਾ ਸਰਬ ਜਹਾਨ, ਸੰਸਾਰ ਨੂੰ ਪੈਦਾ ਕਰਨਾ, ਸੰਸਾਰ ਨੂੰ ਨਾਸ਼ ਕਰ ਦੇਣਾ, ਇਹ ਜਗਤ ਦੀ ਰਚਨਾ ਤੇ ਜਗਤ ਦੀ ਖੇਡ ਨੂੰ ਸਮਾਪਤ ਕਰਨ ਵਾਲੇ ਆਪ ਜੀ ਹੀ ਹੋ।
जिसकी माया महा अपार, जिसको कब किन लह्यो न पार। जिस सतगुरु ਸਾਹਿਬ जी ਦੀ माया महा अपार है, जिस माया ਦਾ ਕੋਈ ਅੰਤ ਪਾਰਾਵਾਰ ਨਹੀਂ, ਐਸੇ ਸਤਿਗੁਰੂ ਦੀ ਮਾਇਆ ਬੜੀ ਪ੍ਰਬਲ ਹੈ। ਜਿਸ ਮਾਇਆ ਦਾ ਅੰਤ ਪਾਰਾਵਾਰ ਅੱਜ ਤੱਕ ਕਿਸੇ ਤੋਂ ਨਹੀਂ ਲਿਆ ਗਿਆ। तिनको अब दर्शन में पाऊं, धन्य जन्म अपनो कर आऊं। ਐਸੇ ਸਤਿਗੁਰੂ ਸਾਹਿਬ ਜੀ ਦਾ ਮੈਂ ਹੁਣ ਦਰਸ਼ਨ ਪਾਵਾਂਗਾ ਤੇ ਆਪਣਾ ਜਨਮ ਧਨਤਾ ਦੇ ਯੋਗ ਕਰ ਲਵਾਂਗਾ, ਧਨ ਬਣਾ ਲਵਾਂਗਾ। ले अपने संग मानव वृंद, भयो त्यार चलबे आनंद। ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਬਾਬਾ ਆਨੰਦ ਜੀ, ਆਨੰਦ ਸਾਹਿਬ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹ ਉਸ ਦਿਨ ਉਚਾਰਨ ਕੀਤੀ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ, ਜਿਸ ਦਿਨ ਬਾਬਾ ਆਨੰਦ ਜੀ ਦਾ ਜਨਮ ਹੋਇਆ ਸੀ। ਬਾਬਾ ਆਨੰਦ ਜੀ ਦੇ ਨਾਮ ਤੋਂ ਹੀ ਇਸ ਬਾਣੀ ਦਾ ਨਾਮ ਗੁਰੂ ਅਮਰਦਾਸ ਜੀ ਨੇ ਆਨੰਦ ਰੱਖਿਆ ਹੈ। ਸੋ ਉਹ ਬਾਬਾ ਆਨੰਦ ਜੀ ਆਪਣੇ ਨਾਲ ਸੰਗੀ ਸਾਥੀਆਂ, ਪ੍ਰੇਮੀਆਂ, ਪਿਆਰ ਵਾਲਿਆਂ ਨੂੰ ਲੈ ਕਰਕੇ ਤਿਆਰ ਹੋਏ ਨੇ। ਸ਼੍ਰੀ ਕੀਰਤਪੁਰ ਸਾਹਿਬ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬੜੇ ਖੁਸ਼ ਪ੍ਰਸੰਨ ਹੋਏ ਹਨ। चढ़े पालकी आवत पए, गड़िया अपर लोक संग लए। ਪਾਲਕੀ ਤੇ ਚੜੇ ਸਵਾਰ ਹੋਏ ਨੇ ਤੇ ਭਾਈ ਗੜੀਆ ਹੋਰ ਸਾਰੇ ਸਿੱਖ ਨਾਲ ਲੈ ਕੇ ਬਾਬਾ ਆਨੰਦ ਜੀ ਨੂੰ ਬੜੇ ਅਦਬ ਸਤਿਕਾਰ ਨਾਲ ਲੈ ਕੇ ਆ ਰਹੇ ਹਨ। पहुँचे निकट जबै सुध लए, श्री गुर हार गोबिंद तब गए। ਜਦੋਂ ਸੁਧ ਆਈ, ਖਬਰ ਪਹੁੰਚੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਿ ਬਾਬਾ ਆਨੰਦ ਜੀ ਆ ਰਹੇ ਨੇ, ਤਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਅਗਲ ਵਾਂਢੀ ਹੋ ਕੇ ਅੱਗੋਂ ਹੀ ਚੱਲ ਕੇ ਗੁਰੂ ਸਾਹਿਬ ਮਹਾਰਾਜ ਜੀ ਆ ਗਏ। मिले जाए कर दूर अगारे, तूषण तरे हटाए कहारे। ਗੁਰੂ ਸਾਹਿਬ ਜੀ ਦੂਰ ਤੱਕ ਅੱਗੋਂ ਆ ਕਰਕੇ ਰਸਤੇ ਵਿੱਚ ਹੀ ਮਿਲ ਪਏ। ਜਿਹੜੇ ਸੇਵਕਾਂ ਨੇ ਪਾਲਕੀ ਚੁੱਕੀ ਸੀ ਨਾ, ਸਾਹਿਬਾਂ ਨੇ ਇਸ਼ਾਰਾ ਕਰਕੇ ਉਹਨਾਂ ਨੂੰ ਇੱਕ ਪਾਸਿਓਂ ਪਾਸੇ ਹਟਾ ਦਿੱਤਾ ਹੈ। ਤੂਸ਼ਨ ਧਰੇ ਹਟਾਏ ਕਹਾਰੇ, ਕਹਾਰ ਹੁੰਦੇ ਸੇਵਾਦਾਰ ਜਿਹੜੇ ਪਾਲਕੀ ਚੁੱਕਦੇ ਨੇ, ਉਹਨਾਂ ਨੂੰ ਇੱਕ ਪਾਸਿਓਂ ਇਸ਼ਾਰਾ ਕਰਕੇ ਚੁੱਪ ਕਰਕੇ ਪਿਛਾਂ ਹਟਾ ਦਿੱਤਾ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਉਸ ਪਾਲਕੀ ਨੂੰ ਜਿਵੇਂ ਮੋਢਾ ਦਿੱਤਾ ਹੈ, ਜਿਵੇਂ ਪਿਆਰ ਵਿੱਚ ਆਏ। ਧੰਨ ਬਾਬਾ ਆਨੰਦ ਜੀ ਨੂੰ ਪਤਾ ਲੱਗਦਿਆਂ ਢੇਰ ਨਾ ਲੱਗੀ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮੋਢਾ ਦਿੱਤਾ ਸੀ ਨਾ, ਇਸੇ ਤਰ੍ਹਾਂ ਹੀ ਬਾਬਾ ਆਨੰਦ ਜੀ ਦੀ ਪਾਲਕੀ ਨੂੰ ਮੋਢਾ ਦਿੱਤਾ ਹੈ। ਦੋ ਗੁਰਸਿੱਖ ਐਸੇ ਨੇ ਜਿਨ੍ਹਾਂ ਦਾ ਭਾਰ, ਅਸਲੀ ਵਜਨ ਅਸਲ ਵਿੱਚ ਗੁਰੂ ਸਾਹਿਬ ਨੇ ਆਪਣੇ ਮੋਢਿਆਂ ਤੇ ਚੁੱਕਿਆ। ਉਹ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਧੰਨ ਬਾਬਾ ਆਨੰਦ ਜੀ, ਦੋਵਾਂ ਮਹਾਨ ਗੁਰਸਿੱਖਾਂ ਨੂੰ ਗੁਰੂ ਸਾਹਿਬ ਮਹਾਰਾਜ ਜੀ ਨੇ ਬੜਾ ਮਾਣ ਦਿੱਤਾ। ਉਹਨਾਂ ਦੀਆਂ ਪਾਲਕੀਆਂ ਨੂੰ ਮੋਢਾ ਲਾਇਆ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਲੱਗਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪਾਲਕੀ ਨੂੰ ਮੋਢਾ ਦਿੱਤਾ, ਬਜ਼ੁਰਗ ਅਵਸਥਾ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਾਲਕੀ 'ਚੋਂ ਛਾਲ ਮਾਰ ਦਿੱਤੀ ਸੀ। ਚਰਨ ਫੜ ਕੇ ਆਖਿਆ ਸੀ, ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਮੇਰੀ ਪਾਲਕੀ ਨੂੰ ਨਹੀਂ, ਮੇਰੀ ਅਰਥੀ ਨੂੰ ਮੋਢਾ ਲਾਇਓ। ਕਿਰਪਾ ਕਰਿਓ ਮਹਾਰਾਜ, ਮੇਰੇ ਅੰਤਲੇ ਸਮੇਂ ਤੇ ਸਹਾਈ ਹੋਇਓ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਬੇਨਤੀ ਪ੍ਰਵਾਨ ਕਰਕੇ ਉਹਨਾਂ ਦੇ ਅੰਤਲੇ ਸਮੇਂ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਰਾਮਦਾਸ ਨਗਰ ਵਿੱਚ ਪਹੁੰਚੇ। ਸੱਚਮੁੱਚ ਵਿੱਚ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਕੀਤੇ ਵਾਅਦੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪੂਰਾ ਕੀਤਾ ਸੀ। ਇਸੇ ਤਰ੍ਹਾਂ ਹੀ ਬਾਬਾ ਆਨੰਦ ਜੀ ਦੀ ਪਾਲਕੀ ਨੂੰ ਜਦੋਂ ਮੋਢਾ ਲਾਇਆ, ਬਾਬਾ ਜੀ ਨੂੰ ਪਤਾ ਲੱਗ ਗਿਆ ਹੈ ਕਿ ਪਾਲਕੀ ਚੁੱਕਣ ਵਾਲਾ ਕੋਈ ਹੋਰ ਨਹੀਂ, ਇਹ ਤ੍ਰਿਲੋਕੀ ਦਾ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ। ਉਹਨਾਂ ਨੇ ਪਾਲਕੀ ਦੇ ਵਿੱਚੋਂ ਥੱਲੇ ਜਿਵੇਂ ਛਾਲ ਮਾਰ ਦਿੱਤੀ ਹੈ, ਕੁੱਦ ਪਏ ਹਨ। ਭਾਈ ਸਾਹਿਬ ਜੀ ਨੇ ਪਿਆਰ ਦਾ ਪ੍ਰਸੰਗ, ਇਹ ਪਿਆਰ ਦਾ ਚੋਜ,
ਪਿਆਰ ਨੂੰ ਪਿਆਰ ਕਿਵੇਂ ਮਿਲਦਾ ਹੈ, ਪਿਆਰ ਵਾਲੀਆਂ ਰੂਹਾਂ ਆਪਸ ਵਿੱਚ ਕਿਵੇਂ ਓਤ-ਪੋਤ ਹੁੰਦੀਆਂ ਹਨ। ਇਹ ਪਿਆਰ ਦੀਆਂ ਖੇਡਾਂ ਹਨ। ਜਿਵੇਂ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ, ਸੁਣਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਗੁਰੂ ਸਾਹਿਬ, ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ ਅੱਗੇ ਵਾਸਤੇ ਸਮੱਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਪਹੁੰਚੇ ਨਿਕਟ ਜਬੈ ਸੁਧ ਲਏ, ਸ੍ਰੀ ਗੁਰ ਹਰਿ ਗੋਬਿੰਦ ਤਬ ਗਏ। ਮਿਲੇ ਜਾਏ ਕਰ ਦੂਰ ਅਗਾਰੇ, ਤੂਸ਼ਨ ਧਰੇ ਹਟਾਏ ਕਹਾਰੇ। ਅਚੁੱਤ ਹੈ ਪਾਰ ਬ੍ਰਹਮਾ, ਅਵਿਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਦਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੈ
अपरंपर हर हरे है पी होवनहार हे संत कै सदा संग निधारा आधार हे ठाकुर हाँ दासरो मैं निर्गुण गुण नहीं कोय नानक दीजै नाम दान राखो हिय परोए आए प्रभ शरणागति कृपा निध दयाल एक अक्षर हार मान बसत नानक होत निहाल वाहिगुरु नाम जहाज है चढ़े सोतर पार जो शरदा कार सेमंद गुर पार उतारण हार जो शरदा कार सेमंद गुर पार उतारण हार वाहिगुरु जी का खालसा वाहिगुरु जी की फतेह।
ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਹਰ ਜੀਉ ਨਿਮਾਣਿਆ ਤੂੰ